ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਪ੍ਰਣਵੋਵਾਦ ਏਕ ਓੰਕਾਰ ਜਲ ਥਲ ਮਹੀਲ ਕੀਓ ਪਸਾਰਾ। ਆਦਿ ਪੁਰਖ ਅਵਿਨਾਸੀ ਲੋਕ ਚਤੁਰਦਸ਼ ਜੋਤ ਪ੍ਰਕਾਸੀ। ਜੇ ਜੇ ਤੁਮਰੇ ਧਿਆਨ ਕੋ ਨਿਤ ਉਡ ਧਿਆਏ ਹੈ ਸੰਤ। ਅੰਤ ਲਹੈਂਗੇ ਮੁਕਤ ਫਲ ਪਾਵੈਂਗੇ ਭਗਵੰਤ। ਅੰਤ ਲਹੈਂਗੇ ਮੁਕਤ ਫਲ ਪਾਵੈਂਗੇ ਭਗਵੰਤ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ ਰਹੇ ਨੇ। ਸੇਵਾ ਦਾ, ਸਿਮਰਨ ਦਾ, ਸੰਗਤ ਦਾ, ਸੰਗਤਾਂ ਦੇ ਦਰਸ਼ਨਾਂ ਦਾ ਅਮੋਲਕ ਸਮਾਂ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਜਿੰਨੀਆਂ ਵੀ ਸੰਗਤਾਂ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ, ਸਭ ਧੰਨਤਾ ਦੇ ਯੋਗ ਹੋ, ਵੱਡਿਆਂ ਕਰਮਾਂ ਵਾਲੇ ਹੋ, ਜੋ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰਦੇ ਹੋ। ਆਓ ਗੁਰੂ ਸਿੱਖ ਪਿਆਰਿਓ, ਜਿਤਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਲੜੀਵਾਰ ਕਥਾ ਵਿਚਾਰੂ ਦੀ ਕਿਰਪਾ ਦੇ ਨਾਲ ਜੋ ਸਾਨੂੰ ਪ੍ਰਾਪਤ ਹੋਈ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਅਗਾਧ ਬੋਧ ਗੁਰਬਾਣੀ
ਅਕਾਲੀ ਬਾਣੀ ਰੱਬੀ ਦਰਗਾਹੀ ਬਾਣੀ, ਜੋ ਸਾਡੇ ਅਧਿਆਤਮਿਕ ਜੀਵਨ ਦਾ ਆਨੰਦ ਜਿਹੜਾ, ਸਕੂਨ ਜਿਹੜਾ ਬਣਾਉਣਾ ਕਰਦੀ ਆ। ਤੇ ਦੁਨਿਆਵੀ ਤੌਰ ਤੇ ਵੀ ਬੰਦੇ ਨੇ ਜੀਵਨ ਕਿਵੇਂ ਜਿਉਣਾ ਹੈ, ਉਹ ਮਹਾਰਾਜ ਗਿਆਨ ਦਿੰਦੇ ਨੇ। ਬਾਣੀ ਪੜ੍ਹਨੀ ਹੀ ਤਾਂ ਹੈ, ਸੇਵਾ ਕਰਨੀ ਹੀ ਤਾਂ ਹੈ ਕਿ ਅਧਿਆਤਮਿਕ ਗਿਆਨ ਹੋ ਜਾਏ ਬੰਦੇ ਨੂੰ ਅੰਦਰ ਦਾ, ਵੀ ਮੈਂ ਹਾਂ ਕੀ, ਮੈਂ ਕੀ ਹਾਂ। ਗੁਰਬਾਣੀ ਨੇ ਬੰਦੇ ਨੂੰ ਆਪੇ ਦੀ ਪਛਾਣ ਕਰਾਉਣੀ। ਬੰਦਿਆ, ਤੂੰ ਸਰੀਰ ਨਹੀਂ, ਤੂੰ ਰੱਬ ਦੀ ਜੋਤ ਹੈ, ਰੱਬ ਦੀ ਅੰਸ਼ ਹੈ, ਪਰਮੇਸ਼ਰ ਦੀ। ਇਹ ਤਾਂ ਸੰਭਵ ਹੈ ਅਗਰ ਬੰਦਾ ਬਾਣੀ ਸਿਮਰਨ ਦੇ ਰਾਹ ਤੇ ਤੁਰਦਾ ਹੈ। ਆਓ ਜੀ ਆਪਣੀ ਵਿਚਾਰ ਤੇ ਪਿੱਛੇ ਜੋ ਵਿਚਾਰਿਆ ਸੀ ਆਪਾਂ ਮੱਥੇ ਦੇ ਲੇਖਾਂ ਬਾਰੇ। ਜੋ ਬੰਦੇ ਦੇ ਕਰਮ ਨੇ, ਲੇਖ ਨੇ ਨਾ, ਉਹ ਨਹੀਂ ਮਿਟਦੇ। ਕੀ ਹੋਏਗਾ ਉਹ ਰੱਬ ਜਾਣਦਾ ਹੈ, ਆਪਣੀ ਪਹੁੰਚ ਤੋਂ ਪਰੇ ਹੈ। ਵਿਚਾਰਿਆ ਸੀ ਆਪਾਂ ਕਿ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਿਹਨੇ ਕੀ ਕਰਨਾ, ਕਥੋਂ ਕਿਵੇਂ ਕੀ ਹੋਏਗਾ, ਸਭ ਲਿਖਿਆ ਹੋਇਆ। ਹੁਣ ਵੀ ਆਪਾਂ ਲਿਖਾਈ ਜਾਂਦੇ ਹਾਂ ਨਾਲ ਦੀ ਨਾਲੇ। ਭੇਦ ਨੇ, ਉਹ ਕਰਦਾ ਵੀ ਸਭ ਕੁਛ ਹੈ, ਕਰਦਾ ਵੀ ਕੁਛ ਨਹੀਂ। ਸਮਝ ਆ ਗਈ ਜੇ ਵਿਚਾਰ ਤਾਂ ਅਸੀਂ ਨੇੜੇ ਆਉਂਦੇ, ਨਾ ਸਮਝ ਆਈ ਤਾਂ ਦੂਰ ਆ। ਇਹ ਨਹੀਂ ਹੈ ਕਿ ਜਿਹੜੇ ਚੰਗੇ ਨੇ ਉਹਨਾਂ ਨੂੰ ਰੱਬ ਨੇ ਬਣਾਇਆ, ਜਿਹੜੇ ਮਾੜੇ ਨੇ ਉਹਨਾਂ ਨੂੰ ਕਿਸੇ ਨੇ ਹੋਰ ਬਣਾਇਆ। ਨਹੀਂ, ਰੱਬ ਉਹਨਾਂ 'ਚ ਵੀ ਆ, ਚੰਗਿਆਂ 'ਚ, ਮਾੜਿਆਂ 'ਚ ਵੀ ਆ। ਚੰਗੇ ਵੀ ਰੱਬ ਨੇ ਬਣਾਏ ਨੇ, ਮਾੜੇ ਵੀ, ਸਭ। ਇਹ ਤਾਂ ਸਾਡੇ ਚੇਤੇ ਦੇ ਵਿੱਚ ਉਹਦੀ ਯਾਦ ਭੁੱਲ ਜਾਂਦੀ ਆ। ਭਾਵ ਜਿਹੜਾ ਸਾਨੂੰ ਚੇਤੇ ਆ ਨਾ, ਯਾਦ ਹੈ, ਉਹ ਅਮਰੀਕਾ ਕੈਨੇਡਾ ਰਹਿੰਦਾ ਹੋਇਆ ਵੀ ਸਾਡੇ ਕੋਲ ਹੈ, ਜਿਹਦੀ ਯਾਦ ਸਾਡੇ ਅੰਦਰ ਹੈ। ਤੇ ਜਿਹੜਾ ਸਾਨੂੰ ਭੁੱਲ ਗਿਆ, ਜਿਹਨੂੰ ਸਾਡੀ ਜਾਂ ਜਿਹਦੀ ਸਾਨੂੰ ਕਦਰ ਨਹੀਂ, ਉਹ ਸਾਡੇ ਨਾਲ ਕੋਲ ਰਹਿੰਦਾ ਹੋਇਆ ਵੀ ਦੂਰ ਹੈ। ਕਈ ਵਾਰ ਵੇਖੀ ਹੁੰਦਾ ਕਿ ਸੰਸਾਰ ਦੇ ਵਿੱਚ ਰਹਿੰਦੇ ਨੇ ਕੋਲ, ਪਰ ਦੂਰੀ ਇੰਨੀ ਕੁ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਚੱਕਰ ਨਹੀਂ ਪੈਂਦਾ। ਦੂਰੀ ਪੈ ਜਾਂਦੇ, ਰਹਿੰਦੇ ਹੁੰਦੇ ਨੇ ਕੋਲ ਕੋਲ। ਰਹਿਓ ਅਚੇਤਨਾ ਚੇਤਿਓ ਗੋਬਿੰਦ, ਬਿਰਥਾ ਔਧ ਸਰਾਨੀ। ਜ਼ਿੰਦਗੀ ਵਿਅਰਥ ਜਾਂਦੀ ਆ। ਫਿਰ ਉੱਥੇ ਵਿਚਾਰੀ ਸੀ ਆਪਾਂ ਵਿਚਾਰ ਇੱਕ ਪੰਡਤ ਦੀ, ਉਹਨੇ ਇੱਕ ਬੰਦੇ ਦੇ ਲੇਖ ਵੇਖੇ ਸੀ ਜੋਤਿਸ਼ ਵਿਦਿਆ ਨਾਲ, ਕਿ ਇਹਨੇ ਮਰਨਾ ਹੈ, ਇਹਦੀ ਖੋਪੜੀ ਜਿਹੜੀ ਹੈ ਉਹ ਮੜੀਆਂ ਚ ਰੁਲੇਗੀ। ਉਦੋਂ ਬਾਅਦ ਕੀ ਹੋਣਾ ਉਹ ਨਹੀਂ ਉਹਨੂੰ ਦਿਖਿਆ। ਉਹ ਘਰੇ ਲੈ ਗਿਆ ਸੀ ਆਪਣੀ, ਚੱਕ ਕੇ ਖੋਪੜੀ ਨੂੰ ਆਪਣੇ ਘਰ ਵਾਲੀ ਦੇ ਸੰਦੂਕ ਵਿੱਚ ਰੱਖ ਦਿੱਤੀ। ਵਿਚਾਰਿਆ ਸੀ ਆਪਾਂ, ਘਰ ਵਾਲੀ ਡਰ ਗਈ ਕਿਤੇ ਮੈਨੂੰ ਮਾਰਨ ਨੂੰ ਰੱਖੀ ਹੈ। ਉਹਨੇ ਪੀ ਕੇ, ਭੰਨ ਕੇ, ਕੁੱਟ ਕੇ ਕੁੰਡੇ 'ਚ ਪਾਣੀ 'ਚ ਡੇਗ ਦਿੱਤੀ। ਉਹ ਕਹਿੰਦਾ ਬਸ ਮੈਂ ਤਾਂ ਆਹੀ ਵੇਖਣਾ ਸੀ ਵੀ ਇਹਦੇ ਨਾਲ ਹੁੰਦਾ ਕੀ ਹੈ ਬਾਅਦ ਵਿੱਚ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਬਿਆਗਰਵਾਸ, ਕਿ ਐ ਜੀਵ ਤੂੰ ਉਮਰ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਪ੍ਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਪੇਟ ਵਿੱਚ ਆ ਕੇ ਪਿਆ। ਉਹਦਾ ਹੁਕਮ ਹੋਇਆ ਪਹਿਲਾ ਪਹਿਰ ਜੀਵਨ ਦਾ। ਹੁਕਮ ਭਇਆ ਗਰਭਾਸ, ਮਾਂ ਦੇ ਪੇਟ ਚ ਆਉਣਾ। ਅਗਲਾ ਬਚਨ ਮਹਾਰਾਜ ਕਹਿੰਦੇ ਆ ਜੀ, ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਅੱਗੇ ਦੂਜੇ ਪਹਿਰ ਦੀ ਗੱਲ ਕਰਦੇ ਆ ਮਹਾਰਾਜ। ਇੱਕ ਦੁਨਿਆਵੀ ਪਹਿਰ ਨੇ, ਇੱਕ ਅਧਿਆਤਮਿਕ ਗਿਆਨ ਅਨੁਸਾਰ ਪਹਿਰ। ਸੁਣੋ ਮਹਾਰਾਜ ਕਹਿੰਦੇ, ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ।
ਐ ਚੰਗੇ ਮੰਦੇ ਕਰਮ ਕਰਨ ਵਾਲੇ ਜੀਵ ਰੂਪ ਬਣ ਜਾਰੇ। ਪਰਮਾਤਮਾ ਦੀ ਅੰਸ਼ ਹੋਣ ਕਰਕੇ ਮਿੱਤਰਾ ਉਮਰ ਰੂਪੀ ਰਾਤ ਦੇ ਦੂਜੇ ਪਹਿਰ ਭਾਵ ਹਿੱਸੇ ਵਿੱਚ ਜਦੋਂ ਤੂੰ ਜਨਮ ਧਾਰਿਆ ਨਾ, ਉਸ ਵਕਤ ਤੈਨੂੰ ਪਰਮਾਤਮਾ ਦਾ ਧਿਆਨ ਜਿਹੜਾ ਹੈ ਉਹ ਭੁੱਲ ਗਿਆ, ਵਿਸਰ ਗਿਆ। ਭਾਵ ਜਦੋਂ ਖਾਣ ਪੀਣ ਦੀ ਤ੍ਰਿਸ਼ਨਾ ਜਾਗ ਪਈ ਤਾਂ ਵਾਹਿਗੁਰੂ ਦੇ ਨਾਮ ਦੀ ਲਿਵ ਜਿਹੜੀ ਆ ਉਹ ਟੁੱਟ ਗਈ। ਵਿਚਾਰਿਆ ਸੀ ਆਪਾਂ ਪਿੱਛੇ ਕਿ ਜਿੰਨਾ ਟਾਈਮ ਅੰਦਰ ਗਰਭ ਵਿੱਚ ਸੀਗਾ ਜੀਵ ਆਪਾਂ ਸਭ, ਰੱਬ ਨਾਲ ਲਿਵ ਜੁੜੀ ਸੀ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਟੁੱਟੀ, ਮਾਇਆ ਦਾ ਅਮਰ ਜਿਹੜਾ ਵਰਤ ਗਿਆ। ਅੰਦਰ ਸੀਗਾ, ਧਿਆਨ ਜੁੜਿਆ ਸੀ। ਜਿਉਂ ਹੀ ਤ੍ਰਿਸ਼ਨਾ ਜਾਗ ਪਈ, ਵਾਹਿਗੁਰੂ ਦੇ ਨਾਮ ਦੇ ਨਾਲੋਂ ਲਿਵ ਟੁੱਟ ਗਈ। ਹੱਥੋਂ ਹੱਥ ਨਚਾਈਐ ਬਣਜਾਰਿਆ ਮਿੱਤਰਾ, ਜਿਉਂ ਜਸੋਧਾ ਕਰ ਕਾਨ। ਕਹਿੰਦੇ ਐ ਜੀਵ ਰੂਪ ਬਣਜਾਰੇ। ਪਰਮਾਤਮਾ ਦੀ ਚੇਤਨ ਅੰਸ਼ ਹੋਣ ਕਰਕੇ ਐ ਮਿੱਤਰਾ ਉਸ ਵਕਤ ਕਦੇ ਮਾਂ, ਕਦੇ ਭੈਣ ਤੇ ਕਦੇ ਪਰਿਵਾਰ ਦੇ ਹੋਰ ਸੰਬੰਧੀ ਜਿਹੜੇ ਸਨ ਤੈਨੂੰ ਆਪਣਿਆਂ ਹੱਥਾਂ ਵਿੱਚ ਨਚਾਉਂਦੇ, ਭਾਵ ਖਿਡਾਉਂਦੇ ਸਨ। ਭਾਵ ਖੁੱਦੋ ਦੀ ਤਰ੍ਹਾਂ ਉੱਪਰ ਉਛਾਲ ਉਛਾਲ ਕੇ ਲਾਡ ਲੜਾਉਂਦੇ। ਕਰਦੇ ਆਪਾਂ ਬੱਚਿਆਂ ਨੂੰ ਲਾਡ। ਛੋਟਾ ਬੱਚਾ ਹੁੰਦਾ ਜਦੋਂ ਪਰਿਵਾਰ 'ਚ ਕਦੇ ਕੋਈ ਫੜਦਾ, ਕਦੇ ਕੋਈ ਫੜਦਾ, ਉਹਨੂੰ ਉਛਾਲਦੇ ਆ, ਖੇਡਦੇ ਆ। ਜਿਵੇਂ ਕਹਿੰਦੇ ਜਿਉਂ ਜਸੋਧਾ ਕਰ ਕਾਨ, ਜਿਵੇਂ ਮਾਤਾ ਯਸ਼ੋਦਾ ਜੀ ਦੇ ਘਰ ਭਗਵਾਨ ਕਾਨ ਕਹੀਏ ਕ੍ਰਿਸ਼ਨ ਜੀ ਪਲੇ ਸਨ। ਆਹ ਮੇਰਾ ਕਾਨ ਹੈ, ਮੇਰਾ ਮੋਰ ਹੈ, ਮੇਰਾ ਲਾਡਲਾ ਹੈ, ਮੇਰਾ ਪੁੱਤਰ ਹੈ। ਇਉਂ ਮਾਵਾਂ ਕਹਿ ਕਹਿ ਕੇ ਆਪਣੇ ਪੁੱਤਰਾਂ ਨੂੰ ਪਾਲਦੀਆਂ ਨੇ ਜੀ। ਆਪਾਂ ਪਾਲ ਰਹੇ ਹਾਂ ਬੱਚਿਆਂ ਨੂੰ। ਤੇ ਮਹਾਰਾਜ ਕਹਿੰਦੇ ਆ ਜੀ, ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਐ ਜੀਵ ਕਦੇ ਪਿਤਾ, ਕਦੇ ਸਾਕ ਸੰਬੰਧੀ ਤੈਨੂੰ ਆਪਣੇ ਹੱਥਾਂ ਵਿੱਚ ਨਚਾਉਂਦੇ, ਭਾਵ ਖਿਡਾਉਂਦੇ ਨੇ। ਮਾਂ ਕਹਿੰਦੀ ਇਹ ਕੇਵਲ ਮੇਰਾ ਹੀ ਪੁੱਤ ਹੈ, ਹੋਰ ਕਿਸੇ ਦਾ ਨਹੀਂ। ਇਹ ਮੇਰੀ ਆਂਦਰਾਂ ਦਾ ਸਰੂਪ ਹੈ। ਕਹਿੰਦੇ ਆਪਾਂ ਸਨੇਹ ਇੰਨਾ ਪਿਆਰ ਹੈ। ਤੇ ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਐ ਮੇਰੇ ਅਚੇਤ ਬੇਸਮਝ ਅਗਿਆਤ ਮੂਰਖ ਮਨਾ, ਤੈਨੂੰ ਉਹ ਹਰੀ ਵਾਹਿਗੁਰੂ ਭੁੱਲ ਗਿਆ, ਪਰਮਾਤਮਾ ਭੁੱਲ ਗਿਆ। ਉਹਨੂੰ ਚੇਤ ਕੀਏ ਚੇਤਨਾ ਕਰ, ਭਾਵ ਉਹ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹਨਾਂ ਵਿੱਚੋਂ ਅੰਤ ਨੂੰ ਕੋਈ ਵੀ ਸਾਥੀ ਨਾਲ ਨਿਭਣ ਵਾਲਾ ਨਹੀਂ ਆ। ਸਭ ਕੁਛ ਇੱਥੇ ਛੱਡ ਕੇ ਚਲਾ ਜਾਣਾ ਬੰਦੇ ਨੇ। ਇਹ ਸੱਚਾਈ ਹੈ। ਤੇ ਜਿਨ ਰਚ ਰਚਿਆ ਤਿਸੈ ਨਾ ਜਾਣੈ, ਮਨ ਭੀਤਰ ਧਰ ਗਿਆਨ। ਕਹਿੰਦੇ ਜਿਸ ਵਾਹਿਗੁਰੂ ਨੇ ਪਹਿਲਾਂ ਸੂਖਮ ਤੱਤਾਂ ਦੁਆਰਾ ਸਥੂਲ ਸਰੀਰ ਰਚਿਆ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, ਮਨ ਅਤੇ ਬੁੱਧ, ਇਹ 17 ਤੱਤਾਂ ਦੁਆਰਾ ਸੂਖਮ ਸਰੀਰ ਰਚਨਾ ਕੀਤੀ ਹੈ ਮਹਾਰਾਜ ਪਰਮੇਸ਼ਰ ਨੇ। ਫਿਰ 25 ਪ੍ਰਕਿਰਤੀਆਂ ਦੁਆਰਾ ਸਥੂਲ ਸਰੀਰ ਦੇ ਅੰਗ ਪ੍ਰਤੰਗ ਬਣਾਏ। ਹਰੀ ਪਰਮਾਤਮਾ ਨੇ ਤੇਰਾ ਇਤਨਾ ਸੁੰਦਰ ਸਰੀਰ ਰਚਿਆ, ਬਣਾਉਣਾ ਕੀਤਾ, ਤੂੰ ਉਸ ਵਾਹਿਗੁਰੂ ਨੂੰ ਜਾਣਦਾ ਹੀ ਨਹੀਂ। ਕਹਿੰਦੇ ਜਿਸ ਵਾਹਿਗੁਰੂ ਨੇ ਤੈਨੂੰ ਰਚਿਆ, ਤੈਨੂੰ ਚਾਹੀਦਾ ਹੈ ਕਿ ਮਨ ਦੇ ਵਿੱਚ ਸਤਿਗੁਰਾਂ ਦੇ ਗਿਆਨ ਨੂੰ ਧਾਰਨਾ ਕਰੇ। ਅਸੀਂ ਉਹਦੀ ਕਿਰਤ ਨਾਲ ਜੁੜ ਗਏ, ਕਰਤੇ ਨੂੰ ਭੁੱਲ ਗਏ। ਜਿਹੜਾ ਬਣਾਉਂਦਾ ਹੈ
ਉਹ ਦੂਰ ਕਰਤਾ, ਖੁਦ ਹੋ ਗਏ ਦੂਰ, ਉਹ ਤੋਂ ਦੂਰੇ ਆ। ਸੰਸਾਰ ਦੇ ਨਾਲ ਲਗਾਓ ਵੱਧ ਜਾਂਦਾ, ਪਦਾਰਥਾਂ ਨਾਲ। ਬਣਾਉਣ ਵਾਲਾ, ਰਚਣ ਵਾਲਾ ਭੁੱਲ ਗਿਆ। ਤੇ ਮਹਾਰਾਜ ਕਹਿੰਦੇ ਆ ਜੀ, ਕਹੋ ਨਾਨਕ ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ। ਕਿ ਐ ਜੀਵ, ਇਹ ਤੇਰੀ ਉਮਰ ਰੂਪੀ ਰਾਤ ਦਾ ਦੂਜਾ ਪਹਿਰ ਭਾਵ ਹਿੱਸਾ ਹੈ। ਇੱਥੇ ਦੂਜਾ ਪਹਿਰ ਬਾਲਕ ਅਵਸਥਾ ਨੂੰ ਮਹਾਰਾਜ ਕਹਿੰਦੇ ਨੇ। ਬਾਲਕ ਅਵਸਥਾ ਜਿਹੜੀ ਆ, ਇਹਦੇ ਵਿੱਚ ਫਸ ਕੇ ਤੈਨੂੰ ਪਰਮਾਤਮਾ ਦਾ ਧਿਆਨ ਜਿਹੜਾ ਹੈ ਉਹ ਵਿਸਰ ਗਿਆ, ਭੁਲਾ ਦਿੱਤਾ। ਦੇਖੋ, ਜਦੋਂ ਉਰਦ ਚ ਹੁੰਦਾ ਜੀਵ, ਉਦੋਂ ਰੱਬ ਨਾਲ ਲਿਵ ਜੁੜਦੀ ਆ। ਜਨਮ ਜਦੋਂ ਹੋ ਜਾਂਦਾ ਉਦੋਂ ਫਿਰ ਸੰਸਾਰ ਦੇ ਵਿੱਚ ਪਿਆਰ ਪੈਣਾ, ਪ੍ਰੀਤ ਪੈਣੀ ਸ਼ੁਰੂ ਹੋ ਜਾਂਦੀ ਆ। ਕਿਵੇਂ ਕਿਵੇਂ ਬੰਦੇ ਦਾ ਜੀਵਨ ਚੱਲਦਾ ਹੈ। 10 ਹਿੱਸਿਆਂ ਚ ਵੰਡੀਏ ਨਾ, 10 ਹਿੱਸੇ ਜਿਹੜੇ ਨੇ ਦੁਨਿਆਵੀ ਕੈਲਕੂਲੇਟਰ ਅਸੀਂ ਬੜੇ ਵਰਤਦੇ ਹਾਂ ਹਿਸਾਬ ਕਿਤਾਬ ਵਾਸਤੇ। ਹੁੰਦਾ ਨਹੀਂ ਜੋੜ ਘਟਾਉਣ ਵਾਲਾ ਕੈਲਕੂਲੇਟਰ ਜਿਹੜਾ ਅੱਖਰਾਂ ਵਾਲਾ ਵਰਤਦੇ ਆਪਾਂ, ਕਿੱਥੇ ਕੀ ਘਾਟਾ ਵਾਧਾ ਬੜਾ ਕੁਛ ਬੰਦਾ ਵਹਿੰਦਾ। ਪਰ ਕੋਈ ਹੈ ਜਿਹੜਾ ਗੁਰਬਾਣੀ ਦਾ ਕੈਲਕੂਲੇਟਰ ਵਰਤ ਕੇ ਆਪਣੇ ਜੀਵਨ ਨੂੰ ਵਹਿੰਦਾ ਕਿ ਮੇਰਾ ਜੀਵਨ ਕੀ ਆ। ਹੁਣ ਗੁਰਬਾਣੀ ਦਾ ਕੈਲਕੂਲੇਟਰ ਸੁਣੋ ਮਹਾਰਾਜ ਤੋਂ। ਦੂਜੇ ਪਹਿਰ ਚ ਧਿਆਨ ਵਿਸਰ ਗਿਆ, ਜਨਮ ਹੋਇਆ ਦੂਜੇ ਪਹਿਰ ਚ। ਉਹ ਰੱਬ ਦਾ ਧਿਆਨ ਜਿਹੜਾ ਸੀ ਪ੍ਰੇਮੀਓ ਭੁੱਲ ਗਿਆ। ਉਹਦੀ ਜੋ ਲਿਵ ਲੱਗੀ ਹੋਈ ਸੀ ਸਾਡੀ ਉਹਦੇ ਨਾਲ, ਉਹ ਲਿਵ ਟੁੱਟ ਗਈ। ਜਿਉਂ ਹੀ ਲਿਵ ਟੁੱਟੀ ਹੈ, ਜਨਮ ਹੋਇਆ, ਬੱਚਾ ਪੈਦਾ ਹੋਇਆ, ਸਾਰੇ ਸਾਡਾ ਜਨਮ ਹੋਇਆ ਸਭ ਦਾ। ਤੇ ਮਹਾਰਾਜ ਕਹਿੰਦੇ ਆ ਜੀ, ਪਹਿਲੇ ਪਿਆਰ ਲੱਗਾ ਥਣ ਦੁੱਧ। ਸਿਆਣੇ ਉਹ ਸਮਝਦੇ ਹੋ, ਕੈਲਕੂਲੇਟਰ ਵਰਤਦੇ ਮਹਾਰਾਜ ਗੁਰਬਾਣੀ ਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਜੀਵ ਪੈਦਾ ਹੋਇਆ, ਆਪਾਂ ਪਿਆਰ ਪਿਆ ਬੱਚੇ ਦਾ ਮਾਂ ਦੇ ਦੁੱਧ ਨਾਲ। ਉਹਨੂੰ ਹੋਰ ਕੋਈ ਚੀਜ਼ ਪਿਆਰੀ ਨਹੀਂ ਜੀ, ਨਾ ਉਹਨੂੰ ਖਾਣ ਦਾ ਦੁਨਿਆਵੀ ਪਦਾਰਥ ਜਿਹੜੇ ਨੇ ਉਹਨਾਂ ਦਾ, ਪਦਾਰਥਾਂ ਦਾ, ਨਾ ਪਹਿਨਣ ਦਾ। ਉਹਦਾ ਸਿਰਫ ਮਾਂ ਦੇ ਦੁੱਧ ਨਾਲ ਪਿਆਰ ਬਣਦਾ ਬੱਚੇ ਦਾ। ਤੇ ਦੂਜੇ ਮਾਏ ਬਾਪ ਕੀ ਸੁੱਧ, ਥੋੜੀ ਜਿਹੀ ਹੋਰ ਸੁਰਤ ਆਉਂਦੀ ਹੈ, ਫਿਰ ਆਪਣਾ ਮਾਂ ਪਿਓ ਪਤਾ ਲੱਗਦਾ, ਮੇਰੀ ਮੰਮੀ ਕੌਣ ਹੈ, ਮੇਰਾ ਡੈਡੀ ਕੌਣ ਹੈ। ਬੱਚਾ ਵੇਂਦਾ ਮਾਂ ਪਿਓ ਕੋਲ ਹੀ ਜਾਂਦਾ। ਫਿਰ ਜਦੋਂ ਥੋੜੀ ਜਿਹੀ ਸੁਰਤ ਆਉਂਦੀ ਹੈ, ਪਹਿਲਾਂ ਦੁੱਧ ਨਾਲ ਪਿਆਰ ਹੁੰਦਾ। ਜਿਉਂ ਹੀ ਜਨਮ ਲੈਂਦਾ ਜੀਵ, ਕੈਲਕੂਲੇਟਰ ਗੁਰਬਾਣੀ ਦਾ 10 ਹਿੱਸਿਆਂ ਚ ਵੰਡੀਏ ਨਾ, ਸਮਝ ਆਜੂ ਜੀਵਨ ਕੀ ਹੈ। ਧਿਆਨ ਨਾਲ ਸਮਝਿਓ। ਦੂਜੇ ਮਾਏ ਬਾਪ ਕੀ ਸੁੱਧ, ਮਾਂ ਪਿਓ ਦੀ ਸੁੱਧ ਹੁੰਦੀ ਆ। ਅੱਗੇ ਤੀਜਾ ਹਿੱਸਾ ਜਿਹੜਾ 10 ਹਿੱਸਿਆਂ ਚ ਮਹਾਰਾਜ ਵੰਡਦੇ ਨੇ ਗੁਰਬਾਣੀ ਅਨੁਸਾਰ। ਜੀਵਨ ਸਾਡਾ ਕਿਵੇਂ ਕਿਵੇਂ ਸ਼ੁਰੂ ਹੁੰਦਾ, ਕਿਵੇਂ ਕਿਵੇਂ ਬੰਦਾ ਕਰਮ ਕਰਦਾ ਕਰਦਾ ਖਤਮ ਹੋ ਜਾਂਦਾ। ਕਹਿੰਦੇ ਤੀਜੇ ਭਈਆ ਭਾਬੀ ਵੇਵ। ਥੋੜਾ ਜਿਹਾ ਹੋਰ ਸਿਆਣਾ ਹੁੰਦਾ, ਸੁਰਤ ਆਉਂਦੀ ਹੈ, ਪਤਾ ਲੱਗਦਾ ਹੈ ਇਹ ਮੇਰਾ ਭਰਾ ਹੈ, ਇਹ ਮੇਰੀ ਭਾਬੀ ਹੈ, ਭਰਜਾਈ ਹੈ। ਵੇਵ ਕਹੀਏ ਭੈਣ, ਜਿਵੇਂ ਬੇਬੇ ਨਾਨਕੀ ਪਹਿਲਾਂ ਪਿਛਲੇ ਜ਼ਮਾਨਿਆਂ ਚ ਬੇਬੇ ਕਹਿੰਦੇ ਹੁੰਦੇ ਭੈਣ ਨੂੰ। ਅੱਜ ਕੱਲ ਤਾਂ ਨੌਂ ਵਿਗੜ ਗਏ, ਸਭ ਕੁਛ ਵਿਗੜਿਆ ਪਿਆ ਸਿਸਟਮ। ਭੁੱਲ ਗਏ ਆਪਾਂ ਪੁਰਾਣੀ ਆਪਣੀ ਪਿਛੋਕੜ, ਬੋਲੀ, ਸੱਭਿਆਚਾਰ। ਸੋ ਰਹੋ ਵਿਚਾਰ। ਕਹਿੰਦੇ ਤੀਜੇ ਭਈਆ ਭਾਬੀ ਵੇਵ, ਵੱਡਾ ਹੋਇਆ ਥੋੜਾ ਜਿਹਾ ਹੋਰ, ਆ ਭਾਈ ਹੈ, ਭਰਜਾਈ ਹੈ, ਆ ਭੈਣ ਹੈ। ਤੇ ਚੌਥਾ ਪਿਆਰ ਉਪੰਨੀ ਖੇਡ,
ਰਿਸ਼ਤਿਆਂ ਦੀ ਪਛਾਣ ਹੋ ਗਈ। ਥੋੜਾ ਜਿਹਾ ਹੋਰ ਵੱਡਾ ਹੋਇਆ, ਉਦੋਂ ਫਿਰ ਪਿਆਰ ਉਪੰਨੀ ਖੇਡ, ਚੌਥੇ ਹਿੱਸੇ 'ਚ ਖੇਡ ਨਾਲ ਪਿਆਰ ਪੈਂਦਾ ਹੈ। ਖੇਡਾਂ ਪਿਆਰੀਆਂ ਨੇ ਬੱਚੇ ਨੂੰ, ਜਿੰਨਾ ਮਰਜ਼ੀ ਕੋਈ ਟੋਕੇ ਰੋਕੇ ਉਹਨੇ ਖੇਡਣੀ ਖੇਡਣਾ, ਕੰਮ ਖਰਾਬ ਕਰਨੀ ਕਰਨਾ, ਬੱਚੇ ਆ ਸਭ ਦੇ ਕਰਦੇ। ਅੱਗੇ ਹੋਰ ਵੱਡਾ ਹੁੰਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਦੁਨਿਆਵੀ ਵਸਤੂਆਂ। ਪੰਜਵੇਂ ਹਿੱਸੇ ਵਿੱਚ ਜਾ ਕੇ ਫਿਰ ਖਾਣ ਪੀਣ ਦੀ, ਪਹਿਨਣ ਦੀ ਧਾਤ ਪੈਦਾ ਹੁੰਦੀ ਹੈ ਅੰਦਰ। ਚੰਗਾ ਖਾਣਾ, ਫਿਰ ਆ ਲਿਆਓ, ਆ ਲੈਣਾ, ਉਹ ਲੈਣਾ। ਬੱਚੇ ਨੂੰ ਚਾਅ ਹੁੰਦਾ ਖਾਣ ਪੀਣ ਦਾ। ਤੇ ਅੱਗੇ ਹੋਰ ਜਦੋਂ ਜਵਾਨੀ ਚੜ੍ਹਦੀ ਹੈ, ਸਿਆਣਾ ਹੋ ਜਾਂਦਾ, 15 ਤੋਂ ਪਲੱਸ ਮੰਨ ਲਓ, 18-20 ਦਾ ਮੰਨ ਲਓ, ਉੱਥੇ ਕਹਿੰਦੇ ਸੇਵੈ ਕਾਮ ਨਾ ਪੁੱਛੈ ਜਾਤ। ਸੇਵੈ ਕਾਮ ਨਾ ਪੁੱਛੈ ਜਾਤ, ਸਾਡਾ ਜੀਵਨ ਹੈ, ਆਹ ਕੁਛ ਕਰਦੇ ਹਾਂ ਆਪਾਂ। ਸੇਮੀ ਅਵਸਥਾ ਵਿੱਚ ਜਾ ਕੇ ਫਿਰ ਕਾਮ ਵਾਸਨਾ ਜਾਗਦੀ ਆ, ਮੰਦ ਕਰਮ ਕਰਦਾ ਬੰਦਾ। ਉੱਥੇ ਫਿਰ ਜਾਤ ਕੁਜਾਤ ਵੀ ਨਹੀਂ ਵਹਿੰਦਾ ਬੰਦਾ। ਉਹ ਬੜਾ ਰੌਲਾ ਪਾਉਂਦਾ ਜਾਤਾਂ ਕੁਜਾਤਾਂ ਦਾ, ਪਰ ਛੇਮੈ ਕਾਮ ਨਾ ਪੁੱਛੈ ਜਾਤ, ਉੱਥੇ ਫਿਰ ਜਾਤ ਕੁਜਾਤ ਵੀ ਨਹੀਂ ਵੇਖਦਾ ਬੰਦਾ। ਇੰਨੀ ਇਹ ਕਾਮ ਵਾਸਨਾ ਫਿਰ ਚੜ੍ਹਦੀ ਆ। ਤੇ ਮਹਾਰਾਜ ਕਹਿੰਦੇ ਆ ਜੀ, ਸਤਵੈ ਸਾਂਝ ਕੀਆ ਘਰ ਬਾਸ। ਵੱਡਾ ਹੋਇਆ ਹੋਰ ਵਿਆਹ ਹੋ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਬੱਚੇ ਹੋ ਜਾਂਦੇ ਆ। ਸਤਵੈ ਸਾਂਝ ਕੀਆ ਘਰ ਬਾਸ, ਪਦਾਰਥ ਇਕੱਠੇ ਕਰਕੇ, ਸਿਸਟਮ ਇਕੱਠਾ ਕਰਕੇ ਵਿਆਹ ਹੋ ਜਾਂਦਾ। ਘਰ-ਬਾਰ ਬਣਾਉਂਦਾ ਬੰਦਾ, ਘਰ-ਬਾਸ ਵਸੇਬਾ ਕਰਦਾ ਆਪਣਾ, ਵਧੀਆ ਜਗ੍ਹਾ ਘਰ-ਬਾਰ ਬਣਾ ਕੇ ਰਹਿਣ ਲੱਗ ਜਾਂਦਾ ਹੈ। ਖੇਡ ਹੈ, ਖੇਡ ਰਹੇ ਆਪਾਂ। ਜਨਮ ਕਿਵੇਂ ਹੋਇਆ, ਕਿਵੇਂ ਕਿਵੇਂ ਜੀਵਨ ਵੱਧ ਰਿਹਾ, ਕਰ ਰਹੇ ਆਪਾਂ ਸਾਰੇ। ਕਈ ਲੰਘ ਗਿਆ ਸਮਿਆਂ ਚੋਂ, ਅਖੀਰ ਤੇ ਨੇ, ਕਈਆਂ ਦਾ ਸ਼ੁਰੂ ਹੈ, ਕਈ ਵਿਚਾਲੇ ਨੇ, ਕਈਆਂ ਦਾ ਜਨਮ ਹੋਇਆ ਬੱਚਿਆਂ ਦਾ। ਆਪਾਂ ਜਿਵੇਂ ਹੁਣ ਕਿਰਤ ਕਰ ਰਹੇ ਹਾਂ, ਵਸੇਬਾ ਕੀਤਾ ਹੋਇਆ, ਘਰਾਂ 'ਚ ਪਾਲ ਰਹੇ ਹਾਂ ਬੱਚਿਆਂ ਨੂੰ। ਤੜਕੀ ਦੌੜ ਸਾਡੀ ਸ਼ੁਰੂ ਹੋ ਜਾਂਦੀ ਆ ਕੰਮ ਧੰਦਿਆਂ ਦੀ। ਚੱਲ ਰਿਹਾ ਨਾ ਜੀਵਨ ਸਭ ਦਾ, ਕੰਮ ਧੰਦੇ ਕਰਦੇ ਕਰਦੇ। ਸਤਵੈ ਸਾਂਝ ਕੀਆ ਘਰ ਬਾਸ, ਇਕੱਠਾ ਕਰਕੇ ਸਭ ਕੁਛ ਘਰ ਦੇ ਵਿੱਚ ਵਾਸ ਕੀਤਾ ਬੰਦੇ ਨੇ। ਤੇ ਅੱਠਵੈਂ ਕ੍ਰੋਧ ਹੋਆ ਤਨ ਨਾਸ। ਅੱਠਵੀਂ ਅਵਸਥਾ ਵਿੱਚ ਜਾ ਕੇ, ਅੱਠਵੇਂ ਹਿੱਸੇ 'ਚ ਜਾ ਕੇ ਕ੍ਰੋਧ ਚੜ੍ਹਦਾ, ਗੁੱਸਾ ਆਉਂਦਾ। ਜਦ ਬੱਚੇ ਕਹਿਣਾ ਨਹੀਂ ਮੰਨਦੇ, ਜਦ ਬੱਚੇ ਹੋ ਜਾਂਦੇ ਆ, ਉਲਟ ਚੱਲਦੇ ਹਨ, ਉਦੋਂ ਫਿਰ ਬੰਦੇ ਨੂੰ ਗੁੱਸਾ ਚੜ੍ਹਦਾ। ਕ੍ਰੋਧ ਹੋਆ ਤਨ ਨਾਸ, ਸਰੀਰ ਦਾ ਨਾਸ ਹੁੰਦਾ ਹੈ, ਸਰੀਰ ਗਲ ਜਾਂਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਕ੍ਰੋਧ ਦੇ ਵਸ ਹੋ ਕੇ ਬੰਦਾ ਕਰਮ ਕਰ ਲੈਂਦਾ, ਫਿਰ ਤਨ ਨਾਸ ਹੋ ਜਾਂਦਾ। ਕਈ ਵਾਰ ਕਿਸੇ ਨੂੰ ਮਾਰ ਦਿੰਦਾ ਜੀ, ਉਹ ਫਿਰ ਜੇਲ੍ਹਾਂ 'ਚ ਸੜਦੇ ਨੇ, ਸਰੀਰ ਉੱਥੇ ਹੀ ਨਾਸ ਹੋਇਆ ਰਹਿੰਦਾ ਕ੍ਰੋਧ ਦੇ ਜੋਸ਼ ਦੇ ਵਿੱਚ ਬੰਦਾ। ਨੌਵਾਂ ਹਿੱਸਾ ਜਿਹੜਾ ਹੈ, ਨਾਵੈ ਧੌਲੇ ਉੱਬੇ ਸਾਹ। ਨੌਵੇਂ ਹਿੱਸੇ ਵਿੱਚ ਜਾ ਕੇ ਜਵਾਨੀ ਲੰਘ ਗਈ, ਅਧਖੜ ਲੰਘ ਗਈ, ਬੱਚੇ ਹੋ ਗਏ, ਪਾਲ ਤੇ ਪੋਸ ਤੇ, ਘਰ-ਬਾਰ ਬਣਾ ਕੇ ਦੇਤਾ, ਸਰੀਰ ਜਵਾਬ ਦੇਣ ਲੱਗ ਗਿਆ। ਭਾਵ ਬੰਦਾ ਬੁੜਿਆਂ 'ਚ ਸ਼ਾਮਲ ਹੋ ਗਿਆ। ਸੱਚਾਈ ਹੈ ਇਹ, ਤਾਂ ਹੈ ਨਹੀਂ ਵੀ ਅੱਜ ਜਵਾਨੀਆਂ ਕੱਲ ਨੂੰ ਵਡੇਪਾ ਨਹੀਂ ਹੈਗਾ। ਉਹ ਚਲੋ ਆਉਣਾ ਨਾ ਆਉਣਾ ਰੱਬ ਜਾਣਦਾ। ਆਸ ਤਾਂ ਹੁੰਦੀ ਆ ਨਾ ਆਪਾਂ ਨੂੰ ਵੀ ਬੁੜੇ ਹੋਵਾਂਗੇ, ਪਰ ਚੇਤੇ ਕੌਣ ਕਰਦਾ? ਰੱਬ ਨੂੰ ਭੁੱਲੇ ਹੋਏ ਆ। ਜੇ ਆਹ ਗੱਲ ਚੇਤੇ ਆ ਗਈ ਤਾਂ ਪੁੱਠੇ ਕਰਮਾਂ ਵੱਲੋਂ ਬੰਦਾ ਮੁੜ ਜੂ, ਨਹੀਂ ਮੁੜਦਾ ਨਹੀਂ। ਜੇ ਆਪਣਾ ਆਦ ਤੇ ਅੰਤ ਚੇਤੇ ਆ ਗਿਆ ਵੀ ਮੇਰਾ ਜਨਮ ਕਿਵੇਂ ਹੋਇਆ, ਮਰਨ ਵੀ ਹੋਊ ਇੱਕ ਦਿਨ। ਨਾਭੇ ਧੌਲੇ ਉੱਭੇ ਸਾਹ। ਨੌਵੇਂ ਹਿੱਸੇ ਵਿੱਚ ਜਾ ਕੇ ਜਿਹੜੇ ਸਾਹ ਨੇ ਨਾ ਬੰਦੇ ਨੂੰ ਉਖੜ ਉਖੜ ਕੇ ਆਉਣ ਲੱਗ ਜਾਂਦੇ ਨੇ, ਸਾਹ ਚੜ੍ਹਨ ਲੱਗ ਜਾਂਦਾ ਕਹਿ ਲਈਏ।
ਜਿਵੇਂ ਹੁਣ ਮੇਰੇ ਵਰਗਾ ਤਾਂ ਚਲੋ ਜਵਾਨੀ ਪਹਿਰਾ ਜਿਹਦਾ ਵੀ ਭੱਜ ਭੱਜ ਕੇ ਕੰਮ ਕਰੂਗਾ, ਭੱਜ ਕੇ ਆਜੂ ਗੁਰਦੁਆਰੇ। ਜਿਹੜੇ ਬਜ਼ੁਰਗ ਨੇ ਉਹ ਵਿਚਾਰੇ ਹੌਲੀ ਹੌਲੀ ਸਾਹ ਫੁੱਲਣ ਲੱਗ ਜਾਂਦਾ, ਕਹਿ ਲਈਏ, ਨਹੀਂ ਭੱਜ ਸਕਦੇ, ਹੌਲੀ ਹੌਲੀ ਆਉਣਗੇ। ਕਈ ਦਮ ਲੈ ਲੈ ਕੇ, ਰੱਬ ਨਾ ਕਰੇ ਏਦੀ ਅਵਸਥਾ ਬਣੇ ਕਿਸੇ ਦੀ, ਰਸਤੇ 'ਚ ਬਹਿ ਬਹਿ ਕੇ ਆਉਂਦੇ ਨੇ। ਕਈਆਂ ਦਾ ਮਨ ਬੜਾ ਕਰਦਾ, ਆ ਨਹੀਂ ਸਕਦੇ, ਸਾਹ ਚੜ੍ਹਦਾ ਜੀ, ਡਿੱਗਣ ਦਾ ਡਰ ਹੈ, ਘਰ ਦੇ ਵਿੱਚੋਂ ਵੀ ਨਿਕਲਣ ਦਾ ਡਰ ਹੈ ਵੀ ਡਿੱਗ ਨਾ ਜਾਈਏ, ਔਖਾ ਸਰੀਰ। ਤੇ ਅਗਲਾ ਹਿੱਸਾ ਜਿਹੜਾ 10ਵਾਂ ਨਾ, 10ਵੇਂ ਦੱਦਾ ਹੋਆ ਸਵਾਹ, 10ਵੇਂ ਹਿੱਸੇ 'ਚ ਜਾ ਕੇ ਬੰਦਾ ਸਵਾਹ ਹੋ ਜਾਂਦਾ, ਸੜਕੇ ਸਵਾਹ ਹੋ ਜਾਂਦਾ ਹੈ। ਸਵਾਹ ਚਲੇ ਜਾਂਦੇ ਨੇ, ਮਰ ਜਾਂਦਾ, ਸਵਾਹ ਹੋ ਗਿਆ ਸੜਕੇ, ਬਸ ਆਹ ਸੱਚਾਈ ਹੈ। ਤੇ ਗਏ ਸੰਗੀਤ ਪੁਕਾਰੀ ਤਾਂ, ਸੰਗੀਤ ਸੰਗੀ ਸਾਥੀ, ਖਾਣ ਪੀਣ ਹੰਡਾਉਣ ਸਾਥੀ ਦੁਨਿਆਵੀ, ਆਹ ਰਸ ਜਿਹੜੇ ਮਾਣਦੇ ਆ ਸਭ ਚੱਲ ਜਾਂਦੇ। ਜਵਾਬ ਜੇ ਜਾਂਦਾ ਸਭ ਕੁਛ। ਆ ਜਿਹੜਾ ਸਾਡਾ ਹੁਣ ਭੱਜਣਾ ਨੱਠਣਾ ਨਾ, ਨੱਚਣਾ ਟੱਪਣਾ ਬੋਲਣਾ, ਇਹ ਸਭ ਜਵਾਬ ਦੇ ਦੂ, ਇਹ ਸਭ ਭੱਜ ਜਾਣਗੇ। ਪੁਕਾਰੀ ਧਾ ਮਾਰੀ ਜੀਵਨ ਹੈ, ਨਾਲ ਦੇ ਵੀ ਧਾ ਮਾਰ ਦਿੰਦੇ ਨੇ ਜਦੋਂ ਚੱਲ ਜਾਂਦਾ। ਤੇ ਉੱਡਿਆ ਹੰਸ ਦਸਾਏ ਰਾਹ, ਹੰਸ ਉੱਡ ਜਾਂਦਾ ਹੈ ਅੰਦਰੋਂ, ਆਤਮਾ ਕਹੀਏ, ਭੌਰ ਕਹੀਏ, ਦਸਾਏ ਰਾਹ। ਅੱਗੇ ਫਿਰ ਰਾਹ ਪੁੱਛਦਾ, ਅਗਲੇ ਜ਼ਮਾਨੇ ਦੇ ਪਰਲੋਕ ਦੇ ਰਾਹ ਪੁੱਛਦਾ। ਆਇਆ ਗਿਆ ਮੂਇਆ ਨਾਉ, ਬੰਦਾ ਆ ਗਿਆ, ਜਨਮ ਹੋ ਗਿਆ, ਮੂਇਆ ਮਰ ਗਿਆ, ਮੂਇਆ ਨਾਉ। ਬਾਅਦ ਵਿੱਚ ਬੰਦੇ ਦਾ ਨਾਮ ਵੀ ਮਰ ਜਾਂਦਾ। ਵੀ ਕੋਈ ਹੈਗਾ ਸੀ ਗੱਲ ਹੈ, ਹੁਣ ਅੱਜ ਤੋਂ ਜਿਹੜੇ 20-50 ਸਾਲ ਪਹਿਲਾਂ ਲੋਕ ਸੀ ਸਾਡੇ ਵਡੇਰੇ, ਜਾਣਦਾ ਕੋਈ? ਆਏ ਸੀ, ਚਲੇ ਗਏ, ਉਹਨਾਂ ਦਾ ਨਾਮ ਵੀ ਮਰ ਗਿਆ। ਕਈਆਂ ਦਾ ਚਲੋ ਚੇਤੇ ਆ ਕਿਸੇ ਨੂੰ, ਉਹ ਵੀ ਮਰ ਜਾਣਾ ਆਉਣ ਵਾਲੇ ਸਾਲਾਂ 'ਚ। ਸਾਡਾ ਵੀ ਮਰ ਜੂ ਨਾਮ, ਜਿਹੜਾ ਸਰੀਰ ਤਾਂ ਮਰੂ, ਨਾਮ ਵੀ ਮਰ ਜਾਣਾ ਬੰਦੇ ਦਾ। ਮੂਇਆ ਨਾਉ, ਨਾਮ ਵੀ ਮਰ ਗਿਆ। ਤੇ ਪਿੱਛੋਂ ਪੱਤਲ ਸੱਦਿਓ ਕਾਬ, ਤੇ ਪਿੱਛੋਂ ਪਰਿਵਾਰ ਜਿਹੜਾ ਉਹ ਕਾਮਾਂ ਨੂੰ ਸੱਦਦਾ, ਪਿੰਡ ਭਰਾਉਂਦੇ ਆ ਕਿ ਪਿੱਤਰਾਂ ਨੂੰ ਰੋਟੀ ਖਵਾਉਣੀ ਆ, ਵਡੇਰਿਆਂ ਨੂੰ, ਕਾਮਾਂ ਨੂੰ ਸੱਦਦੇ ਨੇ ਬਨੇਰਿਆਂ ਤੇ। ਉਹ ਖਾਣਾ ਜਿਹੜਾ ਉਹਨਾਂ ਦਾ ਕੋਪੜਦਾ ਨਹੀਂ। ਨਾਨਕ ਮਨਮੁਖ ਅੰਧ ਪਿਆਰ, ਅੰਨਿਆਂ ਵਾਲਾ ਪਿਆਰ ਹੈ ਬੰਦੇ ਦਾ ਸੰਸਾਰ ਨਾਲ। ਤੇ ਨਾਨਕ ਮਹਾਰਾਜ ਕਹਿੰਦੇ ਆ ਜੀ, ਬਾਜ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਿਨਾ ਸਾਰਾ ਸੰਸਾਰ ਹੀ ਡੁੱਬ ਜਾਂਦਾ ਹੈ। ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ, ਧਿਆਨ ਵਿਸਰ ਗਿਆ ਜੀ, ਬੰਦਾ ਰੱਬ ਨੂੰ ਭੁੱਲ ਜਾਂਦਾ। ਇਸ ਕਰਕੇ ਉਸ ਮਾਲਕ ਨੂੰ, ਪਰਮੇਸ਼ਰ ਨੂੰ ਚੇਤੇ ਰੱਖੀਏ ਭਾਈ। ਜੀਵਨ ਸ਼ੁਰੂ ਹੋਇਆ, ਹੌਲੀ ਹੌਲੀ ਅਸੀਂ ਸਾਰੇ ਪੜਾਅ ਲੰਘਦੇ ਜਾਂਦੇ ਹਾਂ। ਆ ਜਿਹੜੇ ਪੜ੍ਹੇ ਨੇ ਵਿਚਾਰੇ, ਆਪਾਂ ਪਹਿਲਾ ਪੈਰ, ਪਹਿਲਾ ਹਿੱਸਾ ਕੀ ਹੈ, ਕੈਲਕੂਲੇਟਰ ਵਰਤਿਆ ਮਹਾਰਾਜ ਨੇ ਗੁਰਬਾਣੀ ਦਾ। ਦੂਜਾ ਕੀ ਹੈ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, 10 ਤੱਕ ਵੀ ਕਿਵੇਂ ਕਿਵੇਂ ਬੰਦਾ ਪੜਾਵਾਂ ਚੋਂ ਜੀਵਨ ਜਿਉਂਦਾ ਜਾਂਦਾ ਹੈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਹ 10 ਅਗਿਆਨ ਦੀਆਂ ਅਵਸਥਾਵਾਂ ਵੀ ਕਥਨ ਕੀਤੀਆਂ ਨੇ। ਅਗਿਆਨ ਦੀਆਂ ਅਵਸਥਾਵਾਂ ਨੇ ਕਥਨ ਕੀਤੀਆਂ, ਜਿਹਦੇ ਕਰਕੇ ਬੰਦਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਉਹਨੂੰ ਭੁੱਲੀਏ ਨਾ, ਚੇਤੇ ਰੱਖੀਏ। ਇਹ ਦੂਜਾ ਪੈਰ ਅਧਿਆਤਮਕ ਗਿਆਨ ਜਿਹੜਾ ਹੈ। ਕਲਯੁਗੀ ਸੋਚ ਨਾ ਬਣਾਈਏ, ਸਤਜੁਗੀ ਸੋਚ ਬਣਾਈਏ, ਜਿਹਦੇ ਨਾਲ ਗੁਰਬਾਣੀ ਸਮਝ ਆਊ, ਆਪਣਾ ਜੀਵਨ ਸਮਝ ਆਊਗਾ। ਨਹੀਂ ਹੋਣਾ ਏਦਾਂ ਹੀ। ਫਿਰ ਇਹ ਨਾ ਹੋਵੇ ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਕਿ ਜਨਮ ਸਰਾਨੋ, ਜਨਮ ਗੁਜ਼ਰਦਾ ਜਾਂਦਾ, ਪੰਥ ਨਾ ਸਵਾਰਾ, ਰਾਹ ਬੰਦੇ ਨੇ ਸਵਾਰਿਆ ਹੀ ਨਹੀਂ। ਸਾਂਝ ਪਰੀ ਦਹਿ ਦਿਸ ਅੰਧਿਆਰਾ, ਸ਼ਾਮ ਪੈਣ, ਜਿਵੇਂ ਅੱਜ ਦਿਨ ਚੜ੍ਹਿਆ, ਚੜ੍ਹ ਗਿਆ ਦਿਨ ਜੀ, ਸ਼ਾਮ ਵੀ ਪੈਣੀ ਆ। ਹਨੇਰਾ ਹੋਏਗਾ ਨਾ, ਸੂਰਜ ਨੇ ਛਿਪ ਜਾਣਾ, ਹੁਣ ਚੜ੍ਹ ਜਾਣਾ, ਸੂਰਜ ਨੇ ਛਿਪ ਜਾਣਾ। ਇਸੇ ਤਰ੍ਹਾਂ ਜੀਵਨ ਰੂਪੀ ਦਿਨ ਚੜ੍ਹਿਆ, ਮੌਤ ਰੂਪੀ ਰਾਤ ਆਏਗੀ। ਸਾਂਝ ਪਰੀ ਦਹਿ ਦਿਸ ਅੰਧਿਆਰਾ, 10 ਦਿਸ਼ਾਵਾਂ ਦੇ ਵਿੱਚ
10 ਦਰਵਾਜ਼ੇ ਜਿਹੜੇ ਨੇ ਹਨੇਰ ਪੈ ਜਾਣਾ, ਹੱਥ ਪੈਰ ਅੱਖ ਕੰਨ ਮੂੰਹ ਸਭ ਬੰਦ ਹੋ ਜੂ ਇੱਕ ਦਿਨ, ਪਤਾ ਆਪਾਂ ਨੂੰ ਖਤਮ ਹੋ ਜੂ ਸਭ ਕੁਝ, ਹਨੇਰਾ ਪੈ ਜਾਣਾ, ਅੱਖਾਂ ਮੀਟਣੀਆਂ ਨੇ ਬਸ। ਕਦੋਂ ਮੀਚ ਜੇ ਬੰਦਾ ਰੱਬ ਜਾਣਦਾ, ਕਦੋਂ ਅੱਖਾਂ ਬੰਦ ਹੋਣਗੀਆਂ। ਇੱਕ ਦਿਨ ਨਾ ਇੱਕ ਦਿਨ ਤਾਂ ਐਸਾ ਆਊਗਾ ਜਿਹੜਾ ਮੈਂ ਨਹੀਂ ਦੇਖਣਾ, ਜਿਹੜਾ ਮੇਰੇ ਜੀਵਨ ਦਾ ਆਖਰੀ ਦਿਨ ਹੋਏਗਾ। ਇੱਕ ਨਾ ਇੱਕ ਦਿਨ ਉਹ ਚੜ੍ਹਨਾ। ਲੱਖ ਅਸੀਂ ਮੁਨਕਰ ਹੋਈਏ ਭੱਜੀਏ ਮੌਤ ਤੋਂ, ਉਹਨੇ ਆ ਜਾਣਾ। ਗੁਰਬਾਣੀ ਆ ਗੱਲਾਂ ਨਾਲ ਆ ਵਿਚਾਰਾਂ ਨਾਲ ਡਰਾਉਂਦੀ ਨਹੀਂ, ਸਮਝਾਉਂਦੀ ਆ ਕਿ ਬੰਦੇ ਨੂੰ ਸਮਝ ਆ ਜਾਏ। ਐਵੇਂ ਮੈਂ ਮੇਰੀ ਦੀ ਡਾਂਗ ਚੁੱਕੀ ਫਿਰਦਾ ਰਹਿੰਦਾ, ਬੰਦਾ ਭੱਜਿਆ ਰਹਿੰਦਾ ਸਾਰਾ ਦਿਨ। ਸਾਂਝ ਪਰੀ ਦੇ ਦਿਸੇ ਅੰਧਿਆਰਾ, ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤ ਸੁਨਾਹੀ ਦੁਨੀਆ ਫਨ ਖਾਨੇ। ਐ ਅਗਿਆਨ ਬੰਦੇ, ਮਾਇਆ 'ਚ ਝੱਲੇ ਹੋਏ ਐ ਪਾਗਲ ਇਨਸਾਨ, ਉਹ ਪਰਮੇਸ਼ਰ ਨੂੰ ਚੇਤੇ ਰੱਖ ਜੇ ਆਪਣਾ ਜੀਵਨ ਸਫਲਾ ਬਣਾਉਣਾ ਹੈ। ਸੋ ਇਸ ਕਰਕੇ ਪ੍ਰੇਮਿਓ, ਗੁਰਬਾਣੀ ਅਨੁਸਾਰ ਜੀਵਨ ਜਿਈਏ।